एक दिन विछड़ जाना मेला थोड़िया दिना दा, एक दिन विछड़ जाना मेला थोड़िया दिना दा, एक दिन विछड़ जाना मेला थोड़िया दिना दा, थोड़िया दिना दा मेला थोड़िया दिना दा, थोड़िया एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਾਬਕਾ ਸਰਪੰਚ ਸਰਦਾਰਨੀ ਗੁਰਬਚਨ ਕੌਰ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਭਾਮ ਨੇੜੇ ਹਰਚੋਵਾਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਮਾਤਾ ਗੁਰਬਚਨ ਕੌਰ ਹੁਣਾਂ ਦਾ ਜਨਮ ਮਾਤਾ ਪਾਰ ਕੌਰ ਹੁਣਾਂ ਦੀ ਕੁੱਖੋਂ ਪਿਤਾ ਸਰਦਾਰ ਤੇਜਾ ਸਿੰਘ ਹੁਣਾਂ ਦੇ ਘਰ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਸ਼ਖਸੀਅਤ ਦੇ ਮਾਲਕ ਸਨ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ ਤੇ ਸਿਆਣੀ ਔਰਤ ਸਨ। ਆਪ ਜੀ ਦਾ ਵਿਆਹ ਸਰਦਾਰ ਦੀਦਾਰ ਸਿੰਘ ਹੁਣਾਂ ਨਾਲ ਹੋਇਆ, ਜੋ ਕਿ ਇੱਕ ਅਧਿਆਪਕ ਸਨ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ ਅਤੇ ਉਹਨਾਂ ਦੀ ਪ੍ਰੇਰਨਾ ਬਣੇ। ਆਪ ਜੀ ਦੇ ਸਾਥ ਦੀ ਬਦੌਲਤ ਹੀ ਆਪ ਜੀ ਦੇ ਪਤੀ ਸਰਦਾਰ ਦੀਦਾਰ ਸਿੰਘ ਜੀ ਹੈਡਮਾਸਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਆਪ ਜੀ ਦੇ ਘਰ 3 ਪੁੱਤਰਾਂ ਅਤੇ ਇੱਕ ਬੇਟੀ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਜਿੱਥੇ ਉੱਚ ਸਿੱਖਿਆ ਦਿਲਾਈ, ਉੱਥੇ ਹੀ ਚੰਗੇ ਸੰਸਕਾਰਾਂ ਦਾ ਧਾਰਨੀ ਬਣਾਇਆ। ਅੱਜ ਆਪ ਜੀ ਦੇ ਬੱਚੇ ਅਲੱਗ-ਅਲੱਗ ਖੇਤਰਾਂ ਵਿੱਚ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ ਅਤੇ ਆਪਣੀ ਮਾਤਾ ਜੀ ਦੇ ਨਾਮ ਨੂੰ ਉੱਚਾ ਚੁੱਕ ਰਹੇ ਹਨ। ਆਪ ਜੀ ਬਹੁਤ ਹੀ ਸੂਝਵਾਨ ਬਿਰਤੀ ਦੇ ਮਾਲਕ ਸਨ ਅਤੇ ਆਪ ਜੀ ਦੀ ਸੂਝਵਾਨ ਬਿਰਤੀ ਕਾਰਨ ਹੀ ਆਪ ਜੀ ਪਿੰਡ ਭਾਮ ਦੇ ਸਰਪੰਚ ਰਹੇ ਅਤੇ ਆਪ ਜੀ ਦੇ ਕਾਰਜਕਾਲ ਦੌਰਾਨ ਪਿੰਡ ਭਾਮ ਨੇ ਬਹੁਤ ਹੀ ਉન્નਤੀ ਹਾਸਲ ਕੀਤੀ। ਸਰਦਾਰਨੀ ਗੁਰਬਚਨ ਕੌਰ ਜੀ ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਰੋਜ਼ਾਨਾ ਬਾਣੀ ਦਾ ਜਾਪ ਕਰਨਾ ਆਪ ਜੀ ਦੀ ਦਿਨਚਰਿਆ ਸੀ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਸਨ। ਸਰਦਾਰਨੀ ਗੁਰਬਚਨ ਕੌਰ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਸਾਹਿਬ ਸੋ ਪਰਵਾਨ ਕੱਲਿਆ ਮੈਂ ਨਾਮ ਕਾ ਕੱਲਿਆ ਮੈਂ ਨਾਮ ਕਾ ਸਦਾ ਉੱਠੀ ਜਾਏ ਇਹ ਬਾਤੀ ਲਿਖ ਗਿਆ
बोले परिता सर्व सर्व सदा सदा एव कई विहाय नानक किसनो आईए बिन मुझिया नानक किसनो आईए मामा जिसका कृष्ण जी पिता नंद हीर वो भी होया नागे आवण नागे जाना हर हुक्म पाया क्या कीजे जिसकी वस्त सोई न जाएगा दो मिले जिसकी वस्त सोई न जाएगा आनंद गुणी निभान गुरु करी आज कौन मना सतगुर
चलना मोहन टुकड़ी चलना तू संगत
ਛੱਡ ਜਾਸੀ ਪਿਆਰ ਛੱਡ ਜਾਸੀ दूर गगन सिर पर लड़ना या तू सोया जाग ध्याना है जीवन जग सककर जाना या तू सोया जाग ध्याना है जीवन जग सककर जाना मैं मूर्ख की एक बात है पूर्व पराती करे गुरु नानक जिन सुनया टिकिया से फिर अरदास न भरिया रे एक उत्तम पंथ सुनो गुरु संगत तेरे मिलन जम रास मिटाई हे अरदास भाग कीरति गुरु रामदास राखो सरनार हे अरदास भाग कीरति गुरु रामदास राखो सरनार वाहिगुरू जी का खालसा वाहिगुरू जी की फतेह। साहिब कमाल हीरा पीर मीरा मीर वाली कुलाल सर्व कायनात दशरथ पातशाह की आराम जो साहिब श्री गुरु ग्रंथ साहिब महाराज सत्य पातशाह जी पावन हजूरी अंदर आज बहुत ही दराज समागम अंदर जुड़ बैठे गुरु खालसा संत जीओ बहुत ही प्यारा गुरु माता गुरबचन कौर जी जितनी सुभाषण पूंजी के उस प्रकार वाहिगुरू जी ने संसार विद्या की स्वास्थ्य पूंजी में पूरी कर दिया होया आई आ गया फिर मैं बुलाया ना कहना कुछ ही ना बता पाया जेहा जी लिखे आया तेहा हमारे कल्ले आला नानका सत्य की जाए महाभारत पिछले दिनी माता जी परलोक सुधार है उन्होंने आत्मा शांति वास्ते गुरु जी कल्याण के लिए जो सफलता का पाला वचन है जिस सब तितरी हुए उदाहरण जिस परमात्मा का नाम लेने के नाल सारे पापों का नाश होता है और जाके तरह का उदार होता कुछ चलाई हुई मर्यादा अनुसार परिवार परसों गुरपुरी बाणी इलाका की बाणी श्री खंड करवाई
ਸੰਪੂਰਨ ਹੋ ਪਏ ਨੇ। ਉਪਰੰਤ ਪੁਲਿਸ ਨਾਨਕ ਦੀਵਾਨ ਸੱਜੇ ਹਨ। ਦਾਸ ਪਹਿਲਾਂ ਸਨਮਾਨ ਵਸਤੀਆਂ ਗੁਰੂ ਘਰ ਦੀ ਕੀਰਤਨੀਆਂ ਨੇ। ਗੁਰਬਾਣੀ ਦੁਆਰਾ ਗੁਰੂ ਚਰਨਾਂ ਦਾ ਆਪ ਸੰਤਾਂ ਨਾਲ ਜੁੜਿਆ ਹੈ। ਹੋਰ ਵੀ ਬੜੀਆਂ ਮਹਾਨ ਸ਼ਖਸੀਅਤਾਂ ਇਸ ਵਿਰਾਗੀ ਸਮਾਗਮ ਦੇ ਅੰਦਰ ਸ਼ਮੂਲੀਅਤ ਕਰ ਰਹੀਆਂ ਨੇ। ਆਓ ਸੰਗਤ ਜੀ ਜਿਤਨਾ ਸਮਾਂ ਦਾਸ ਹੋਆ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਮਨ ਦੀਆਂ ਗੁਰੂ ਚਰਨਾਂ ਵਿੱਚ ਜੁੜੀਏ। ਸਮੁੱਚੀ ਸੰਗਤ ਦੇ ਦੁਆਰਾ ਗੁਰੂ ਰਸਨਾ ਨਾਲ ਕਰ ਪ੍ਰੇਮ ਸਤਿਕਾਰ ਸਹਿਤ ਦੁਆਵਾ ਰਾਜਿਆਂ ਪਿਆਰਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੌਤ ਇੱਕ ਅਕਾਲ ਸੱਚਾਈ ਹੈ। ਜਿਸ ਸੱਚਾਈ ਨੂੰ ਅੱਜ ਕੋਈ ਵੀ ਆਪਣੀ ਜੋਰ ਦੇ ਨਾਲ, ਆਪਣੀ ਬਲ ਦੇ ਨਾਲ, ਆਪਣੀ ਬੁੱਧੀ ਨਾਲ, ਆਪਣੀ ਸਿਆਣਪ ਦੇ ਨਾਲ ਇਸ ਨੂੰ ਬਦਲ ਨਹੀਂ ਸਕਿਆ। ਕਿਉਂਕਿ ਇਹ ਐਸਾ ਹੁਕਮ ਹੈ ਪਰਮਾਤਮਾ ਦਾ ਕਿ ਜੋ ਵੀ ਜੀਵ ਸੰਸਾਰ ਵਿੱਚ ਆਇਆ ਉਸ ਦਾ ਜਨਮ ਬਾਹਰ ਹੁੰਦਾ ਹੈ। ਮੌਤ ਦਾ ਜਨਮ ਉਸ ਦਾ ਪਹਿਲਾਂ ਹੀ ਕਰਦੇ ਹੋਏ ਨਿਯਤ ਕੀਤਾ ਜਾਂਦਾ ਹੈ। ਆਪਾਂ ਬਾਣੀ ਨੂੰ ਕਾਟਾਈ ਦਾ ਮਨ ਲਿਖਾਏ ਮੰਡਲ ਨੂੰ ਆਏ। ਮੁਨੇ ਭਾਈ ਸਾਹਿਬ ਜੀ ਸ਼ਬਦ ਦੀ ਹਾਜ਼ਰੀ ਦੁਆਰੇ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ। ਮਹਾਰਾਜ ਦਾ ਪਾਵਨ ਬਚਨ ਹੈ। ਸਦਾ ਮਰਨਾ ਆਇਆ ਵੇਸ਼ੋੜਾ ਸਭਨਾ। ਪੁੱਛੋ ਜਾਏ ਸਿਆਣਿਆਂ ਆਗੇ ਮੇਰੇ ਬਿਨਾ। ਇਸ ਪਾਵਨ ਸ਼ਬਦ ਦੀਆਂ ਅਰੰਭ ਪੰਕਤੀਆਂ ਨੇ ਕਿ ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਜੋ ਵੀ ਜੀਵ ਸੰਸਾਰ ਤੇ ਆਇਆ ਉਹ ਆਪਣੀ ਮੌਤ ਜਿਹੜੀ ਹੈ ਉਹ ਧਰਤੀ ਵੱਲੋਂ ਨਿਯਤ ਕਰਾ ਕੇ ਆਇਆ। ਭਾਵੇਂ ਦੁਨੀਆਂ ਵਿੱਚ ਮਨੋਂ ਬੜੇ ਬੜੇ ਕਰਦਾ ਹੈ ਕਿ ਮੈਂ ਮੌਤ ਤੋਂ ਬਚ ਜਾਵਾਂ, ਪਰ ਇਸ ਮੌਤ ਤੋਂ ਅੱਜ ਤੱਕ ਕੋਈ ਵੀ ਨਹੀਂ ਸਕਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਆਪ ਰੋਜ਼ਾਨਾ ਕੀਰਤਨ ਸੁਣਦੇ ਬਾਣੀ ਦੇ ਅੰਦਰ ਪੜ੍ਹ ਕੇ ਸੁਣਦੇ ਆ। ਉੱਥੇ ਮਹਾਰਾਜ ਜੀ ਨੇ ਗੱਲ ਮੌਤ ਦੀ ਕੀਤੀ ਹੈ, ਪਰ ਸਤਿਗੁਰਾਂ ਦਾ ਨਿਦਾਨ ਉੱਥੇ ਸਤਿਗੁਰਾਂ ਦਾ ਵਿਆਹ ਵੀ ਨਹੀਂ। ਜਦ ਆਪਾਂ ਧੀ ਦਾ ਵਿਆਹ ਨਿਯਤ ਕਰਦੇ ਹਾਂ ਤੇ ਇੱਕ ਸਮਾਜਿਕ ਰਸਮ ਹੈ। ਆਪਾਂ ਸਾਰੀ ਚਿੱਠੀ ਲਿਖਦੇ ਹਾਂ। ਉਹ ਸਾਰੀ ਚਿੱਠੀ ਤੋਂ ਭਾਵ ਆਉਂਦਾ ਹੈ ਕਿ ਫਲਾਣਾ ਮਹੀਨਾ, ਫਲਾਣਾ ਦਿਨ, ਫਲਾਣਾ ਸਮਾਂ ਇਹ ਬੱਚੀ ਦੇ ਵਿਆਹ ਦਾ ਨਿਯਤ ਕੀਤਾ ਗਿਆ ਹੈ। ਇਹ ਸਾਰੀ ਚਿੱਠੀ ਤੋਂ ਭਾਵ ਹੈ ਕਿ ਇਸ ਸਮੇਂ ਨੂੰ ਕੋਈ ਵੀ ਬਦਲੇਗਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਮਹਾਰਾਜ ਕਹਿੰਦੇ ਨੇ ਜੀਵ ਸੰਸਾਰ ਦੇ ਵਿੱਚ ਆਇਆ। ਇਸ ਦਾ ਸਾਲ ਲਿਖਿਆ ਹੈ, ਮਹੀਨਾ ਲਿਖਿਆ ਹੈ, ਦਿਨ ਲਿਖਿਆ ਹੈ। ਇਹ ਭਾਵੇਂ ਜਿਵੇਂ ਮਰਜ਼ੀ ਜਤਨ ਕਰੇ ਇਹ ਸਮੇਂ ਨੂੰ ਬਦਲਿਆ ਨਹੀਂ ਜਾ ਸਕਦਾ। ਮੌਤ ਦਾ ਫਰਿਸ਼ਤਾ ਆਵੇਗਾ, ਜਿੰਦ ਰੂਪੀ ਹੋਲੀ ਨੂੰ ਲਿਆ ਖੜੇ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਐ ਸਖੀਓ ਆਓ ਸਾਰੇ ਮਿਲ ਕੇ ਅਸੀਸਾਂ ਦਾ ਤੇਲ ਪਾਵਾਂ। ਕਿਉਂਕਿ ਇਹ ਪੁਰਾਣੀ ਰਸਮ ਹੈ, ਜਦ ਧੀ ਦਾ ਵਿਆਹ ਹੁੰਦਾ ਸੀ ਤੇ ਸਖੀਆਂ ਵੱਲੋਂ ਇਕੱਠੀਆਂ ਹੋ ਕੇ ਉਸ ਨੂੰ ਤੇਲ ਚਾੜਿਆ ਜਾਂਦਾ ਸੀ, ਜਿਸ ਨੂੰ ਆਪਾਂ ਕਹਿੰਦੇ ਹਾਂ ਬਾਲੀ ਪਾਇਆ। ਤੇ ਮਹਾਰਾਜ ਕਹਿੰਦੇ ਨੇ ਆਓ ਸਖੀਓ ਸਾਰਿਆਂ ਮਿਲ ਕੇ ਤੇਲ ਪਾਵੋ। ਇਹ ਅਸੀਸਾਂ ਦਾ ਤੇਲ ਦੇਖੋ। ਮੇਰੇ ਪਤੀ ਦੇ ਨਾਲ ਲਾਲਚ ਕਰਨ, ਪਤੀ ਦੇ ਨਾਲ ਬਣ ਆ ਜਾ। ਤੇ ਅੱਗੇ ਮਹਾਰਾਜ ਜ਼ਿਕਰ ਕਰਦੇ ਨੇ ਕਿ ਜਦ ਯਾਦ ਰੱਖਣਾ ਇਹ ਸਾਰੀ ਚਿੱਠੀ ਸਾਰਿਆਂ ਦੇ ਘਰਾਂ ਦੇ ਵਿੱਚ ਪਹੁੰਚੇਗੀ। ਇਹ ਸਾਰੀ ਚਿੱਠੀ ਤੋਂ ਬਚੇਗਾ ਕੋਈ ਵੀ ਨਹੀਂ। ਉਹ
ਵਚਨ ਹਨ ਸੰਬਤ ਸਾਹਾ ਲਿਖਿਆ। ਸੰਬਤ ਭਾਵ ਹੈ ਕਿ ਸਾਲ। ਇਹ ਸਾਹਿਤ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਿਹੜਾ ਸਾਲ, ਕਿਹੜਾ ਮਹੀਨਾ, ਕਿਹੜਾ ਦਿਨ, ਜਿਸ ਦਿਨ ਇਸ ਸੰਸਾਰ ਤੋਂ ਬਾਪ ਰੂਪ ਤੋਂ ਜੀਵ ਰੂਪ ਜਿੰਦ ਨੇ ਇੱਥੋਂ ਕੂਚ ਕਰਨਾ ਹੈ। ਸੰਬਤ ਸਾਹਾ ਲਿਖਿਆ ਨਿਰਕਲ ਪਾਵ ਤੇਗ ਦੇਹੋ ਸੱਜਣ ਅਸੀਸੜੀਆਂ ਜੋ ਹੋਗਾ ਸਾਹਿਬ ਸ਼ੋਮੇਲ ਆਵੋ ਸੱਜਣੋ ਮੈਨੂੰ ਅਸੀਸਾਂ ਦਾ ਤੇਲ ਚੜਾਵੋ ਮੇਰੇ ਕਰਤੇ ਨਾਲ ਬਣ ਆ ਜਾ। ਅਗਲਾ ਵਚਨ ਹੈ ਘਰ ਘਰ ਇਹੋ ਪਹੁੰਚਾ। ਵੈਸੇ ਬਾਹਰ ਦੇ ਇਲਾਕੇ ਦੇ ਵਿੱਚ ਜਿਹੜੀ ਆਪਾਂ ਸਾਹਿਬ ਚਿੱਠੀ ਕਹਿੰਦੇ ਆ ਤੇ ਬਾਹਰ ਦੇ ਇਲਾਕੇ ਦੇ ਵਿੱਚ ਉਹਨੂੰ ਪਹੁੰਚਾ ਸ਼ਬਦ ਵੀ ਵਰਤਿਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਘਰ ਘਰ ਇਹੋ ਪਹੁੰਚਾ। ਇਸ ਸਾਹਿਬ ਚਿੱਠੀ ਤੋਂ ਕੋਈ ਵੀ ਬਚੇਗਾ। ਘਰ ਘਰ ਇਹੋ ਪਹੁੰਚਾ ਦਾ ਭਾਵ ਸੀ ਕਿ ਇਹ ਸਾਹਿਬ ਚਿੱਠੀ ਸਾਰਿਆਂ ਦੇ ਘਰਾਂ ਚ ਆਵੇ। ਘਰ ਘਰ ਇਹੋ ਪਹੁੰਚਾ ਸੱਜਣੇ ਨਿਤ ਪਵਾਨ। ਸਤਿਗੁਰੂ ਕਹਿੰਦੇ ਨੇ ਇਹ ਗੱਲ ਯਾਦ ਤੈਨੂੰ ਸਾਰੀਆਂ ਚੀਜ਼ਾਂ ਚੇਤੇ ਨੇ। ਉੱਠਣਾ ਚੇਤਾ ਹੈ, ਪਰਿਵਾਰ ਚੇਤਾ ਹੈ, ਆਪਣਾ ਘਰ ਚੇਤਾ ਹੈ, ਕਾਰੋਬਾਰ ਚੇਤਾ ਹੈ, ਸਾਰਾ ਕੁਝ ਤੈਨੂੰ ਯਾਦ ਹੈ। ਪਰ ਜਿੱਥੋਂ ਤੈਨੂੰ ਰੋਜ਼ ਸੱਦੇ ਪੈ ਰਹੇ ਨੇ ਉਹਨੂੰ ਤੂੰ ਭੁਲਾ ਦਿੱਤਾ। ਸਤਿਗੁਰੂ ਕਹਿੰਦੇ ਨੇ ਕਿ ਘਰ ਘਰ ਇਹੋ ਪਹੁੰਚਾ ਸੱਜਣੇ ਨਿਤ ਪਵਾਨ। ਜਿੱਦਾਂ ਤੱਕ ਰੋਜ਼ ਤੈਨੂੰ ਸੱਦੇ ਪੈ ਰਹੇ ਨੇ। ਇੱਕ ਤਾਂ ਸੱਦੇ ਇਹ ਨੇ ਕਿ ਆਪਾਂ ਸਾਰੇ ਇਸ ਭੋਗ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ। ਇਹ ਵੀ ਇੱਕ ਗੁਰੂ ਸੰਗਤ ਦੀ ਸਾਡਾ ਸਦਾ ਆਪਾਂ ਸਾਰਿਆਂ ਨੇ ਭੋਗ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਅਰਦਾਸ ਵਿੱਚ ਪਹੁੰਚੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਚਨ ਇੱਕ ਲਿਖਦੇ ਨੇ। ਮਹਾਰਾਜ ਕਹਿੰਦੇ ਨੇ ਸਾਧੂ ਰਚਨਾ ਰਾਮ ਬਣਾਈ ਇੱਕ ਵਿਰਸਾ ਇੱਕ ਅਸਥਿਰ ਮਾਨੈ ਅਕਲ ਲਖਿਓ ਨਾ ਜਾਂਦਾ। ਇੱਕ ਸਦਾ ਸਾਨੂੰ ਪੈ ਰਿਹਾ ਹੈ ਜਿਹੜੇ ਗਏ ਨੇ ਤੇਰੀ ਵੀ ਪਿਆਰੀ ਹੈ ਤੂੰ ਹੀ ਕੁਝ ਕਰਨਾ ਹੈ। ਇਹ ਸੱਜੇ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖ। ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਧੂ ਰਚਨਾ ਰਾਮ ਬਣਾਈ ਇੱਕ ਵਿਰਸਾ ਇੱਕ ਅਸਥਿਰ ਮਨ। ਅੱਜ ਅਸੀਂ ਸਾਰੇ ਮਾਤਾ ਗੁਰਬਚਨ ਕੌਰ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ। ਜਿਹੜੇ ਅੱਜ ਪਰਿਵਾਰ ਨੂੰ, ਇਸ ਸੰਸਾਰ ਨੂੰ ਸਦਾ ਲਈ ਵਿਛੋੜਾ ਦੇ ਗਏ, ਜੋ ਬਹੁਤ ਨੇਕ ਰੂਹ ਪਿੰਡ ਦੀ ਸਰਪੰਚੀ ਦੀ ਸੇਵਾ ਕੀਤੀ। ਉਸ ਤੋਂ ਪਹਿਲਾਂ ਲਗਾਤਾਰ ਇੱਕ ਬਹੁਤ ਵੱਡਾ ਪਿੰਡ ਆ, ਨਿੱਕੇ ਪਿੰਡਾਂ ਨਾਲੋਂ ਵੱਧ ਵੋਟਾਂ ਮੈਂਬਰ ਨੂੰ ਪੈਣੀਆਂ ਚਾਹੀਦੀਆਂ। ਇਸ ਪਿੰਡ ਤੋਂ ਲੰਮਾ ਸਮਾਂ ਪੰਚਾਇਤ ਦੇ ਮੈਂਬਰ ਵੀ ਰਹੇ। ਸੋ ਸਿਆਸਤ ਦੇ ਨਾਲ ਸਮਾਜ ਦੇ ਵਿੱਚ ਵੀ ਸੇਵਾ ਇਸ ਪਰਿਵਾਰ ਦੀ ਬਹੁਤ ਵਧੀਆ ਤਰੀਕੇ ਨਾਲ ਹੀ ਕਰਦੇ। ਇਹਨਾਂ ਦਾ ਬੇਟਾ ਸਾਡਾ ਬਹੁਤ ਸਾਥੀ ਹੈ ਸੁਰਜਿੰਦਰ ਸਿੰਘ, ਜੋ ਮੈਨੇਜਰ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਨੇ। ਔਰ ਇਸੇ ਤਰ੍ਹਾਂ ਹੀ ਇਸ ਪਰਿਵਾਰ ਦੇ ਦਮਾਦ ਸਰਦਾਰ ਮਨਜੀਤ ਸਿੰਘ ਜੀ ਭੋਮਾ ਜੀ, ਜੋ ਮੇਰੇ ਬੜੇ ਪੁਰਾਣੇ ਮਿੱਤਰ ਨੇ। ਮੈਂ ਕਹਿ ਲਵਾਂ ਕਿ ਸਾਨੂੰ ਸਿਆਸਤ ਵਿੱਚ ਤੋਰਨ ਵੇਲੇ ਫੈਡਰੇਸ਼ਨ ਵਿੱਚ ਸ਼ੁਰੂਆਤ ਇਹਨਾਂ ਦਾ ਆਪਾਂ ਪਤਾ ਫੜਿਆ। ਔਰ ਜੋ ਪੰਜਾਬ ਰਾਜ ਖਾਦੀ ਬੋਰਡ ਦੇ ਚੇਅਰਮੈਨ ਵੀ ਰਹੇ ਨੇ ਪਿਛਲੀ ਸਰਕਾਰਾਂ ਵਿੱਚ, ਉਹ ਵੀ ਇਸ ਪਰਿਵਾਰ ਦਾ ਇੱਕ ਅੰਗ ਨੇ। ਸੋ ਜਿੱਥੇ मैं गल करा अपने वीर सुरजिंदर तो बाद इन्हां दी बेटी जीता जसविंदरजीत कौर, जो साबका रजिस्ट्रार ने पंजाब हरियाणा के और इस वेले प्रिंसीपल ने पंजाब नर्सिंग कौंसल मोहाली गौरमेंट कॉलेज के। सो बेटा रजिंदर सिंह, बेटा कुलविंदर सिंह जो BSF के IT विभाग तो सेवा निभा के आए ने। 9 प्रिंसीपल अमरजीत कौर और गुरविंदर कौर 9 मनजीत कौर। ये परिवार के बारे में थोड़ा तुहानूं विस्तार दस्सिया
कि सारा परिवार वैल सैटड, गुरु की कृपा थां सिर थां सारे अपने ਜਿਹੜੇ ਉਹ ਕੰਮ ਕਰ ਰਹੇ ਨੇ। ਮਾਤਾ ਜੀ ਦੀ ਚੰਗੀ ਜਿਹੜੀ ਗੁਰਤੀ ਆ, ਚੰਗੀ ਸਿੱਖਿਆ ਦੇ ਕਰਕੇ ਅੱਜ ਸਮਾਜ ਦੇ ਵਿੱਚ ਵੱਖ-ਵੱਖ ਅਦਾਰਿਆਂ ਵਿੱਚ ਇਹਨਾਂ ਨੇ ਜਿਹੜੀਆਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸੋ ਮੈਂ ਗਰਮੀ ਕਾਫੀ ਆ, मैं माफ़ी चाहना साढ़े सत्कारयोग फादर साहब सरदार सिंह जी जिन्हों ने करके परिवार सारा चलिया, उन्होंने धर्म पत्नी गुरबचन कौर जो आज साढ़े विच नहीं रहे, वो भी रिटायर्ड हैड टीचर जिन्होंने बड़िया उन्होंने बदौलत ही अज मैं कह लवां कि ये वधिया पति पत्नी के रूप में संसार में विचरे ने। उन्होंने भी अज बहुत सदमा लग्या, क्योंकि पिछली उम्र में दोवां जियां का साथ जोड़ा बहुत जरूरी आ, पर हुंदा है वो जो कालपुरख नूं मंजूर आ। सो मैं बहुता लंबा समा नहीं लेना, क्योंकि जे मैं सामने झाती मारदा कि सारे ही बहुत ही वधिया शख्सियतां चंगे बुलारे इस इकट्ठ में शामिल ने। तो मैं थोड़ा थोड़ा समा जो परिवार वालों हुक्म होगा वो मसा में लाके आन के बैठ गए ने। जिस तरह भी कहेंगे मैं उसी तरह गाड़ी बुलारियां समा देवांगा। सब तो पहला मैं बेनती करूँगा सरदार कश्मीर सिंह जी बरियार जो साबका SGPC मैंबर ने, वो आन के माता जी ने श्रद्धा के फुल भेंट करेंगे। बरियार साहब लिखाए मंडल में रहन हानि चलन पड़ता और इतने ही नहीं सारे शायद वाणी भी कहते हैं कि जो उपजो तो दिन सर पर वो आज के काल नानक हर गुण गाय ने छाड़ चले गए। तो अज आप सारे ही सत्कार योग कैंडी गुरबचन कौर जी जिन्होंने जीवन बारे उन्होंने जीवन बहुत एक वधिया वड्डी किताब वाला जीवन, बहुत नेड़े तो कोई 25 साल का समा हो गया, बहुत नेड़े तो परिवार के नाल निकलदा बरखुरदार सुखजिंदर और सारा ही परिवार मेरे भी कुमा जी और दूजे साढ़े दोनों बरखुरदार भैन जी सारे ही परिवार को वैल सैटल करने के लिए भैन जी का बहुत बड़ा हाथ से। क्योंकि जो भी कोई परिवार अपन असली मंजिल को छूंदा है तो वो एक स्त्री का बहुत बड़ा योगदान होता है। और इस दंपति ने सरदार सरदार सिंह जी और भैन जी गुरबचन कौर जी ने अपने बच्चों जिथे वैल सैटल किया उन्होंने ने समाज में कोई देन समाज के भी बहुत वधिया तरीके वरते। पिंड की मैंबरी तो लैके सरपंची तक जाना ये उन्होंने विलक्षण शख्सियत सी। तो अज वो साढ़े नहीं रहे, अज साढ़े बरकदार वो सीसा जो साहिबा ने बन दित्तियां ने कि पूता माता की असीस निम्ख न बिसरो तुमको हर हर सदा करो जगदीश और शीशा तो परिवार बन जाते हैं। सारे योगदान का निरसन करिए तो फिर सब तो अव्वल जो रोल आ योगदान आ औरत का है। फिर उस तो बाद निरसन करिए तो उस तो बाद जो योगदान आ एक मां का है। सो अज असी बहुत ही सत्कारयोग साबका सरपंच माता गुरबचन कौर जी की अंतिम अरदास में आप कर्तव्य हुए हैं और जिन्होंने अपनी आखिरी श्वास तक इस संसार अंदर धार्मिक समाजिक सभावां कीतियां और उन्होंने परिवारी के जदों असी जिक्र करते हैं कि उन्होंने पति सरदार ददार सिंह जी जिन्होंने विद्या के क्षेत्र में बहुत वधिया मल्लां मारियां तो इन्होंने
करके ही ये परिवार साडे समाज अंदर बहुत खास मुहारत रखदा और जिन्हां दे करके अज सारे वर्गां दे विच इस परिवार का बहुत बड़ा रोल है। और इसे करके जे मैं गल करा कि साडे बहुत ही सत्कारयोग सरदार रणजीत सिंह जी भोमा जिहड़े बहुत कोई जान पछाण के महताज नहीं इस घर के दमाद आ और साडी भैन जी भी सिक्ख्या के खेत्र में बहुत अगे बढ़ के सेवावां निभा रहे हैं। और इसे करके सरदार रजिंदर सिंह जी सरदार सुखजिंदर सिंह मैनेजर साहब जिन्हां दे नाल बहुत वधिया तरीके नाल असीं पिछले समय काम किया और जिन्होंने ने बहुत अच्छी तरह इस पिंड की इस खेत्र की हार बदलने में योगदान पाया। गुरु ग्रंथ साहब जी लिखा कि सो को मंदा आखिए जित जमे राजा के जिन्ने भी महापुरख होए ने महाराजे होए ने वो भी एक स्त्री के कुखों जन्म लैके होए ने। और कितना सारे संसार का सब तो पाक ते पवित्र रिश्ता है मां। मन भर आउंदा जो मां शब्द असीं वरतने आ और जो मां जो बच्चे की परवरिश करती है अपना जीवन भुल जाती है जो मां बनती है अपना सब कुछ छड़ के अपने बच्चे की परवरिश करती है आप गिले थां पै के भी अपने बच्चे नूं सुके थां पाउंदी है अपने ऐश आराम सब कुछ छड़ के अपने बच्चों की परवरिश करती है उन्होंने समाज के हाणी बनाउंदी है। और जिहड़े भी बच्चे कामयाब होंदे ने सब तो वड्डा उहदे च रोल उन्हां दे माता पिता का हुंदा है उन्हां दी मां का हुंदा है। सो माता जी बड़ा सफल जीवन व्यतीत करके गए ने इस नगर की उन्होंने सेवा की है। परिवार इलाके का मनिया परमनिया और बड़ा पढ़िया लिखिया और वैल सैटल्ड परिवार है बड़ी अच्छी सेवा की है क्योंकि जे उन्होंने पुत्र उन्होंने धीयां उन्होंने नौवां इन्ने चंगे समाज विच रहे इन्ने चंगे अहुदे ते सवामान ने तो सब तो बड़ा रोल वो माता जी का जिन्होंने उन्होंने गुरती दी है सिक्ख्यावां दित्तियां ने ये समाज का हाणी बनाया। और उन्होंने जिहड़े परिवार के दमाद ने सरदार रणजीत सिंह जी भोमा फेडरेशन के प्रधान जिन्हों की पंथ नूं बहुत वड्डी देन बहुत वड्डे संघर्ष इन्होंने कौम लई कीते और जिन्हों का सारे संसार च नां आ वो भी इस परिवार के एक मैंबर ने। सो असीं इहो परमात्मा अगे अरदास करते हैं कि माता जी जिहड़े सानूं सदीवी विछोड़ा दे गए और मौत भी वेखो किन्ना निक हुंदा भैन भरा दे रिश्ते दा। भैन जी दी अंतिम अरदास विच किन्नियां शख्सियतां मन्नियां परमन्नियां शामिल होईयां ने जिन्हां विच संत बाबा बलजीत सिंह जी सिंह साहब जी कीर्तन करने वाले मेरे वीर MLA साहब साबक MLA और श्रोमणी कमेटी के उच्च अधिकारी आए ने। इस तो साफ पता लगता है कि गई हुई शख्सियत कोई खास थी। मौत के विषय से जिन्ना मर्जी लंबा बोल लो बोलिया जा सकता है। मैं अपनी गल 1-2 मिनट की पूरी करना चाहना समा नहीं जिन्हें सारे बुलारे ने विनती की है दसिया कि समाजिक पक्ष तो यह साडी भैन कितनी अगे सी जो रिश्त है जो घर का परिवार है उस तो उन्होंने देन की है ते धार्मिक पक्ष तो उस भैन दियां सारिया विशेषताइयां साझियां कीतियां गईयां। मैं अज के युग में ये महसूस कर रहा कि सरपंच बनना पंच बनना ये सही मायने में पिंड की चोण होए तो MLA तो बनना औखा है। तो कई बार सरपंच बन के देखे पिंड के सरपंच बना के देखे बहुत औखा MLA इलेक्शन लेके तो सौखी है। तो साड़ी भैन बहुत समा पिंड की मुखी रहे पिंड की सेवा की वही बंदे को मौका मिलता है जो सेवा करता है। समाज में जीवना बहुत औखा है। दूसरे पासे भैन ने अपने पति के सहयोग जिवें अपने बच्चों को एजुकेशन दी अज सारे बच्चे बच्चियां समाज के हाणी ने। बड़ा औखा है कि तुसीं सियासत भी करो
पिंड की चौधर भी करो तो तुसी अपने बच्चों को बराबर चंगी एजुकेशन दे सको। ये बहुत औखा है, मैं समझदा कि उन्होंने बहुत बड़ी काबलियत है। दोहां की मियाँ बीवी की आपस में मिल के प्यार नाल ये सारिया पलंगा पुट के बच्चों को सही निशाने पर पहुंचाया। बच्चे समाज की सेवा कर रहे हैं, कौम की सेवा कर रहे हैं। तो ये ही बीबी जी भैन जी जदों किते पार्टी नूं पंथ नूं देश कौम नूं लोड़ पई उदों भी उन्होंने कसर बाकी नहीं छड़ी। आज भी दुनिया के अंदर पुराने लोग तां झाती मार के हलवाते सी ये धरूर तारा ये सरवण की विंगी है। जे धरूर ज्ञान किया ਉਹਦੀ मां ने किया, प्यो ने बड़ा झिड़किया, दूजी मां ने बड़ा झिड़किया। जो अपनी मां ने प्यार नाल पूछया राज किवें मिलदा, मैंने कहा पुत्रा रब मिल जूगा। ऐसा तरीका समझाया। दुनिया के सतारे उत्ते पहुंच गया भगत करू बाणी में, उन्होंने बहुत जिक्र है। आज सरबन की गल जिन्होंने लोगों ने मां की सेवा की है और जिन्नी मां की कंट्रीब्यूशन होती है अपने परिवार के अपने बच्चों उन्होंने परश वास्ते ਜਾਂ ਉਹਦੀ ਵੈਲਫੇਅਰ ਵਾਸਤੇ ਜਾਂ ਉੱਚਾ ਚੁੱਕਣ ਵਾਸਤੇ ਉਹਦਾ ਕੋਈ ਦੇਣ ਨਹੀਂ ਦੇ ਸਕਦਾ, ਮਾਂ ਦਾ ਕੋਈ ਦੇਣ ਨਹੀਂ ਦੇ ਸਕਦਾ ਦੁਨੀਆ ਤੇ। ਆਈ ਥਿੰਕ देयर इज नो सब्स्टिट्यूट ऑफ पेरेंट्स। मां ਪਿਓ ਦਾ ਦੁਨੀਆ ਤੇ ਕੋਈ ਬਦਲ ਹੀ ਨਹੀਂ ਤੇ ਨਾ ਕੋਈ ਮਾਂ ਪਿਓ ਦਾ ਕੋਈ ਥਾਂ ਲੈ ਸਕਦਾ, ਚਾਹੇ ਚਾਚੇ ਹੋਣ ਤਾਏ ਹੋਣ ਜੋ ਵੀ ਰਿਸ਼ਤਾ ਹੋਵੇ ਉਹ ਮਾਂ ਦਾ ਰਿਸ਼ਤਾ ਉਹ ਮਾਂ ਦਾ ਰਿਸ਼ਤਾ ਹੀ ਆ, ਉਹਨੂੰ ਹੋਰ ਕੋਈ ਰਿਸ਼ਤਾ ਨਹੀਂ ਨਿਭਾ ਸਕਦਾ ਕੋਈ। ਸੋ ਇਸ ਕਰਕੇ ਚਲੇ ਜਾਣਾ ਬੜੇ ਦੁੱਖ ਦੀ ਗੱਲ ਹੈ ਇਸ ਪਰਿਵਾਰ ਵਾਸਤੇ। ਮੇਰੇ ਤੋਂ ਪਹਿਲਾਂ ਸਾਰਾ ਬੁਲਾਰਿਆਂ ਨੇ ਦੱਸਿਆ कि माता जी ने अपने पति नाल मिल के मोढे नाल मोढा ला के अपने परिवार को बड़े बुलंदियां ते पहुंचाया। और सब तो वड्डी गल जिहड़ी एजुकेशन प्रोवाइड की है उसका कोई बदल नहीं। मां ने चंगा परिवार दिता है, मां ने समाज में चंगी देन दी है। पर गुरबाणी कहती है संग सखा सब काज गए को ना निभ्यो साथ को नानक बिरत न टेक एक रघुना। मालक का होर ते आसरा तेरे नाल जाएगा। ਆਪਾਂ ਭਲੇਖੇ ਦੇ ਚ ਸ਼ਾਇਦ ਸੰਸਾਰ ਸਾਡੇ ਨਾਲ ਜਾਣਾ ਹੈ। ਮਨ ਕਹਾ ਵਿਸਾਰਿਓ ਰਾਮ ਨਾਮ ਤਨ ਬਿਨਸੇ ਜਮਸਿਓ ਬੜੇ ਕਾਮ। ਇਹ ਜਗ ਧੂਏ ਦਾ ਪਹਾੜ ਦਾ ਸਾਚਾ ਮੰਨਿਆ ਕਰ ਚਾਰ ਧਨਦਾਰਾ ਸੰਪਤ ਗ੍ਰਹਿ ਕੇ ਸੰਗ ਨਾ ਚੱਲ ਸਮਝਦਾ। ਆਂਦੇ ਜੇ ਫਿਰ ਕੋਈ ਨਾਮ ਨਹੀਂ ਜਾਣਾ ਫਿਰ ਜਾਣਾ ਕੀ ਹੈ। ਆਂਦੇ ਕਿ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਭਜਦਾ ਕਰਾ। ਨਾਲ ਜਾਣਾ ਪਰਮਾਤਮਾ ਦਾ ਨਾਮ, ਨਾਲ ਜਾਣੀ ਕੀਤੀ ਹੋਈ ਚੰਗਿਆਈ। ਅੱਜ ਮਾਤਾ ਜੀ ਨੂੰ ਚੰਗਾ ਕਿਉਂ ਕਿਹਾ ਜਾ ਰਿਹਾ? ਉਹਨਾਂ ਸਮਾਜ ਨੂੰ ਦੇਣ ਦਿੱਤੀ ਹੈ, ਔਲਾਦ ਚੰਗੀ ਦਿੱਤੀ ਹੈ, ਸਮਾਜ ਨੂੰ ਧੀਆਂ ਪੁੱਤਰ ਜਵਾਈ ਚੰਗੇ ਦਿੱਤੇ ਨੇ, ਪਰ ਨਾਲ ਨਾਲ ਸੰਸਾਰ ਦੀ ਸੇਵਾ ਕੀਤੀ ਹੈ। ਤੇ ਉਹ ਜਿੰਨਾ ਮਰਜ਼ੀ ਸਿਆਣਾ ਹੋਵੇ ਉਹਨੂੰ ਘਰ ਦਾ ਨਹੀਂ ਪਤਾ ਹੁੰਦਾ ਜੋ ਮਾਂ ਨੂੰ ਪਤਾ ਹੁੰਦਾ। ਮਾਂ ਨੂੰ ਪਤਾ ਮੇਰਾ ਬੱਚਾ ਕੀ ਕਰ ਰਿਹਾ, ਮਾਂ ਨੂੰ ਪਤਾ ਮੇਰੀ ਧੀ ਕਿੱਥੇ ਜਾ ਰਹੀ, ਤੇ ਮਾਂ ਨੂੰ ਪਤਾ ਮੇਰਾ ਪੁੱਤ ਕਿੱਥੇ ਜਾ ਰਿਹਾ। ਇਹ ਸਾਰੀਆਂ ਸਿੱਖਿਆਵਾਂ ਜਿਹੜੀਆਂ ਮਾਂ ਦੀ ਬਦੌਲਤ ਮਿਲਦੀਆਂ ਨੇ। ਅੱਜ ਚੰਗੀ ਸਿੱਖਿਆਵਾਂ ਵਾਲੇ ਬੱਚੇ ਮਿਲੇ ਨੇ एक मां की बदौलत। इस तरह असी बहुता समा नहीं लेना क्योंकि बुलारिया ने बहुत कुछ बोलिया माता जी के बारे, इस परिवार बारे। पर मैं एक गल कहनी चाहना लास्ट कि उन्होंने पुत्रों कि उन्होंने धर्मपति सरदार ददार सिंह जी जो हैड टीचर रिटायरमेंट हुए ने, उन्होंने बड़ा बड़ा सदमा। चलो जीवन साथी लास्ट समय से चले जाए तो जीवन साथी को पूछा जा सकता कि कितना समा बीतता, क्योंकि जरा दुख सोखिया वो एक जीवन साथी के नाल ही किया जाता। बच्चों की जी कोई भी प्रॉब्लम हो तो एक जीवन साथी ने ही की जाती है। पर अज उन्होंने बच्चों को एको ही बेनती है मेरी कि हुण तुहानूं अगे नालों वध ख्याल जिहड़ा फादर का रखना पैना। मां इहो जिहा मावां च भी बहुत फर्क हुंदा है। एक मावां हुंदियां ने कि बच्चों को वो सिक्ख्या दिंदियां ने कि जिहदे विच समाज ते परिवार दे आउण वालियां जिहड़ियां साडियां नस्लां ने उन्हां नूं पैरा दे। एक मावां दा फर्ज जो माता जी ने अज निभा के गए ने। मैं तो पहला जथेदार साहब गुरिंदर सिंह जी ने साडे भाई साहब साबका एमएलए बोल के गए ने,
ਉਹਨਾਂ ਨੇ ਵੀ ਬੜੀ ਮਾਣ ਦੇ ਕੇ ਚਰਚਾ ਦਾ ਇੱਕ ਵਿਸ਼ਾ ਵੀ ਬਣ ਸਕਦਾ। ਕਿਤਾਬਾਂ ਲਿਖਣ ਵਾਲਿਆਂ ਨੇ, ਲਿਖਾਰੀਆਂ ਨੇ ਬਹੁਤ ਕੁਝ ਲਿਖਿਆ। ਉਹ ਸਾਡੇ ਜਿਹੜੇ ਗਾਇਕ ਨੇ ਉਹਨਾਂ ਨੇ ਬਹੁਤ ਵਧੀਆ ਮਾਂ ਦੇ ਉੱਤੇ ਸ਼ਬਦ ਆਪਣਾ ਗੀਤ ਵੀ ਗਾਏ ਨੇ। ਸੋ ਗੁਰੂ ਸਾਹਿਬ ਨੇ ਤੇ ਅਖੀਰ ਵਿੱਚ ਨਿਬੇੜਾ ਹੀ ਕਰ ਦਿੱਤਾ ਕਿ ਰੱਬ ਤੋਂ ਬਾਹਰ ਕੋਈ ਕਿਸੇ ਦਾ ਨਾਂ ਲੈਂਦਾ ਤੇ ਉਹ ਮਾਂ ਦਾ ਹੈ। ਮਾਵਾਂ ਦਾ ਪਿਆਰ ਤੇ ਸਤਿਕਾਰ ਸਤਿਗੁਰਾਂ ਨੇ ਬਾਣੀ ਚ ਬਚਨ ਕੀਤੇ ਹੈ ਕਿ ਸੋਤੇ ਅਪਰਾਧ ਕਰਤ ਹੈ ਜੇਤੇ ਜਨਨੀ ਜੀਤ ਨਾ ਰਾਖ ਸਕੇ ਤੇ ਬੱਚੇ ਬੱਚੀਆਂ ਦੇ ਭਾਵੇਂ ਕਿਸ ਤਰ੍ਹਾਂ ਦਾ ਵਰਤਾਓ ਹੋਵੇ ਪਰ ਮਾਵਾਂ ਚਿੱਤ ਵਿੱਚ ਨਹੀਂ ਰੱਖਦੀਆਂ। ਜੇ ਅਖਰੀ ਅਰਥ ਗੁਰਬਾਣੀ ਦੇ ਕਰੀਏ ਤੇ ਇਹੀ ਬਚਨ ਸਤਿਗੁਰ ਸਾਨੂੰ ਸਮਝਾਉਂਦੇ ਆ। ਪਰ ਆਓ ਗੁਰਮਤਿ ਪਿਆਰਿਓ, ਇਸ ਪਰਿਵਾਰ ਨੇ ਜਿਵੇਂ ਮਾਂ ਦੀ ਸੇਵਾ ਕੀਤੀ ਔਰ ਮਾਂ ਨੇ ਜਿਸ ਤਰ੍ਹਾਂ ਬੱਚਿਆਂ ਪਰਿਵਾਰ ਨੂੰ ਸਿੱਖਿਆਵਾਂ ਦਿੱਤੀਆਂ ਸਾਡੇ ਸਾਹਮਣੇ ਹੈ, ਪਰ ਦੂਸਰਾ ਪਾਸਾ ਅੱਜ ਕਲਯੁਗ ਦਾ ਵਰਤਾਰਾ ਸਮੇਂ ਦਾ ਸੀਸਾ ਵੀ ਸਾਡੇ ਸਾਹਮਣੇ ਆ। ਇੱਕ ਗਰੀਬ ਤੋਂ ਗਰੀਬ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ 4-5 ਬੱਚਿਆਂ ਦੀ ਸੰਭਾਲ ਕਰ ਲੈਂਦੀ ਆ, ਪਰ ਉਹੀ ਮਾਂ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤੇ ਉਹੀ ਮਾਂ ਜਦੋਂ ਬਿਰਧ ਹੁੰਦੀ ਹੈ, ਜਿਹੜੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਵੀ 4-5 ਬੱਚਿਆਂ ਦੀ ਸੰਭਾਲ ਕਰਦੀ ਹੈ, ਪਰ ਉਹ ਬੱਚੇ ਵੱਡੇ ਹੋ ਕੇ 4-5 ਬੱਚੇ ਇੱਕ ਮਾਂ ਨੂੰ ਸੰਭਾਲ ਨਹੀਂ ਸਕਦੇ। ਤੇ ਸਮੇਂ ਦਾ ਸੀਸਾ ਸਾਡੇ ਸਾਹਮਣੇ ਅੱਜ ਕਲਯੁਗ ਦਾ ਵਰਤਾਰਾ, ਅੱਜ ਜਿਸ ਤਰ੍ਹਾਂ ਮਾਂ ਬਾਪ ਦੇ ਨਾਲ ਵਰਤਾਓ ਹੁੰਦਾ ਉਹ ਵੀ ਸਾਨੂੰ ਸਭ ਨੂੰ ਪਤਾ ਹੈ। ਆਓ ਗੁਰੂ ਪਿਆਰਿਓ, ਮੈਂ ਵਿਸਥਾਰ ਵਿੱਚ ਨਾ ਜਾਵਾਂ। ਗੁਰੂ ਦੀ ਬਖਸ਼ੀ ਮਰਜ਼ਾਦਾ ਅਨੁਸਾਰ ਸਾਰੀਆਂ ਗੁਰਮਤਿ ਪਿਆਰਿਓ ਮਰਜ਼ਾਦਾਵਾਂ ਅੰਤਮ ਅਰਦਾਸ ਦੀਆਂ ਸੰਪੂਰਨ ਹੋਈਆਂ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਜਦੋਂ ਕੋਈ ਸਾਡਾ ਵਿਛੜ ਜਾਂਦਾ, ਭਾਵੇਂ ਬਚਪਨ ਹੋਵੇ, ਜਵਾਨੀ ਹੋਵੇ, ਬੁਢੇਪਾ ਹੋਵੇ, ਸਾਡੇ ਮਨ 'ਚ ਵਿਰਾਗ ਹੁੰਦਾ ਵਿਛੜਨ ਵਾਲੇ ਦੇ ਪ੍ਰਤੀ। ਰੋਣਾ ਕਰਲਾਉਣਾ ਵੀ ਆਪ ਮੁਹਾਰੇ ਸਾਡੇ ਨੇਤਰਾਂ 'ਚੋਂ ਨੀਰ ਆਉਂਦਾ, ਕੰਠ ਰੁਕ ਜਾਂਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਰਜ਼ਾਦਾ ਸਾਨੂੰ ਬਖਸ਼ੀ ਆ। ਮਹਾਰਾਜ ਕਹਿੰਦੇ ਵਿਰਾਗ ਨਹੀਂ ਕਰਨਾ, ਰੋਣਾ ਕਰਲਾਉਣਾ ਨਹੀਂ ਕਰਨਾ। ਕੀ ਹੈ? ਸਤਿਗੁਰਾਂ ਨੇ ਰਾਮਕਲੀ ਸਾਧ ਸਰਲੇਖ ਹੇਠ ਬਾਣੀ ਉਚਾਰਨ ਕਰਕੇ ਸਾਨੂੰ ਸਿੱਖਿਆ ਦਿੱਤੀ, ਸਿਧਾਂਤ ਦਿੱਤਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਤੇ ਸਤਿਗੁਰਾਂ ਨੇ ਸਤਿਗੁਰ ਭਾਣੇ ਆਪਣੇ ਵਹਿ ਪਰਿਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਲ ਸੀ ਸੋ ਮੈਂ ਮੂਲ ਨਾ ਪਾਇਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੈ, ਸਤਿਗੁਰਾਂ ਨੇ ਆਖਿਆ ਭਾਈ ਸਾਰੇ ਪਰਿਵਾਰ ਨੂੰ, ਸੰਗਤਾਂ ਨੂੰ ਇਕੱਤਰ ਕਰਕੇ ਆਖਿਆ ਮੇਰੇ ਜਾਣ ਤੋਂ ਬਾਅਦ ਆ ਸਰੀਰਕ ਵਿਛੋੜੇ ਤੋਂ ਬਾਅਦ ਕਿਸੇ ਨੇ ਰੋਣਾ ਕਰਲਾਉਣਾ ਨਹੀਂ। ਜਿਹੜਾ ਰੋਵੇਗਾ ਉਹ ਮੈਨੂੰ ਮੂਲੋਂ ਹੀ ਨਹੀਂ ਚੰਗਾ ਲੱਗੇਗਾ। ਫਿਰ ਪਰਿਵਾਰ ਨੇ, ਸੰਗਤਾਂ ਨੇ ਆਖਿਆ ਸੱਚੇ ਪਾਤਸ਼ਾਹ ਸੰਸਾਰ ਦੀ ਮਰਜ਼ਾਦਾ ਜਦੋਂ ਕੋਈ ਵਿਛੜਦਾ ਮਿੱਤਰ ਪਿਆਰਾ, ਸੱਜਣ ਮਿੱਤਰ ਸਾਖ ਸੰਬੰਧੀ, ਤੇ ਰੋਣਾ ਤੇ ਆਪ ਮੁਹਾਰੇ ਨੇਤਰਾਂ 'ਚੋਂ ਆਉਂਦਾ, ਕੰਠ ਰੁਕ ਜਾਂਦਾ। ਆਪ ਕਹਿੰਦੇ ਰੋਣਾ ਨਹੀਂ, ਫਿਰ ਕਰਨਾ ਕੀ ਹੈ? ਸਾਨੂੰ ਇਹ ਉਪਦੇਸ਼ ਦਿਓ। ਤੇ ਸਤਿਗੁਰਾਂ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਉਪਦੇਸ਼ ਪਰਿਵਾਰ ਨੂੰ, ਔਰ ਜਿਹੜਾ ਸਾਡੇ ਲਈ ਮਿੱਤ ਮਰਜ਼ਾਦਾ ਗੁਰੂ ਦਾ ਬਖਸ਼ਿਆ ਸਿਧਾਂਤ ਹੈ। ਹਰ ਧਰਮ ਦੇ ਆਪੋ ਆਪਣੇ ਸਿਧਾਂਤ, ਆਪੋ ਆਪਣੀਆਂ ਮਿੱਤ ਮਰਜ਼ਾਦਾਵਾਂ, ਪਰ ਜੋ ਸਾਡੇ ਸਤਿਗੁਰ ਨੇ ਸਾਨੂੰ ਬਖਸ਼ੀਆਂ। ਜਦੋਂ ਪਰਿਵਾਰ ਤੇ ਸੰਗਤਾਂ ਨੇ ਆਖਿਆ ਸੱਚੇ ਪਾਤਸ਼ਾਹ ਫਿਰ ਕਰਨਾ ਕੀ ਹੈ? ਤੁਸੀਂ ਕਹਿੰਦੇ ਹੋ ਮਤ ਮੈਂ ਪਿੱਛੇ ਕੋਈ ਰੋਲ ਸੀ ਸੋ ਮੈਂ ਮੂਲ ਨਾ ਪਾਇਆ। ਤਾਂ ਫਿਰ ਸਤਿਗੁਰ ਨੇ ਜਿਹੜਾ ਉਪਦੇਸ਼ ਦਿੱਤਾ ਉਹ ਆਪਾਂ ਸਾਰੇ ਪੜ੍ਹਦੇ ਤੇ ਸੁਣਦੇ ਹਾਂ। ਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਸਤਿਗੁਰਾਂ ਨੇ ਆਖਿਆ ਭਾਈ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਉਸ ਵਾਹਿਗੁਰੂ ਗੱਡੇ ਦੀਆਂ ਵਡਿਆਈਆਂ 'ਚ ਜੁੜਨਾ, ਉਹਦਾ ਕੀਰਤਨ ਕਰਨਾ, ਉਹਦੇ ਪਿਆਰੇ ਗੁਰਮੁਖਾਂ ਨੂੰ ਸੱਦਣਾ। ਤੇ ਜਿਸ ਤਰ੍ਹਾਂ ਸਨਾਤਨ ਮਤ ਦੇ ਅੰਦਰ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦੇ ਤੇ ਗਰੜ ਪੁਰਾਣ ਪੜ੍ਹਿਆ ਜਾਂਦਾ, ਗਰੜ ਪੁਰਾਣ ਦਾ ਪਾਠ, ਗਰੜ ਪੁਰਾਣ ਦੀ ਕਥਾ ਹੁੰਦੀ ਹੈ। ਹਿੰਦੂ ਮਤ ਸਨਾਤਨ ਮਤ ਦੇ ਅੰਦਰ ਸਤਿਗੁਰਾਂ ਨੇ ਆਖਿਆ ਸਿੱਖ ਧਰਮ ਵੱਖਰਾ, ਕੌਮ ਵੱਖਰੀ ਹੈ, ਸਿਧਾਂਤ ਵੱਖਰੇ ਸਤਿਗੁਰ ਦੇ। ਸੱਚੇ ਪਾਤਸ਼ਾਹ ਨੇ ਆਖਿਆ ਗੁਰਸਿੱਖਾਂ ਪਿਆਰਿਆਂ ਨੂੰ ਸੱਦਣਾ, ਵਾਹਿਗੁਰੂ ਦੇ ਪਿਆਰਿਆਂ ਨੂੰ ਸੱਦ ਕੇ ਤੇ ਫਿਰ ਉਸ ਪਰਮਾਤਮਾ ਦੀ ਸਿਫਤ ਸਲਾਹ ਰੂਪੀ ਪੁਰਾਣ ਪੜ੍ਹਨਾ, ਉਸ ਵਾਹਿਗੁਰੂ ਦੀਆਂ ਕਥਾ ਕਹਾਣੀਆਂ। ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਸੋ ਮੈਂ ਸਮਝਦਾ ਗੁਰੂ ਨਾਲ ਜੁੜਿਆ ਪਰਿਵਾਰ ਗੁਰੂ ਦੇ ਸਿਧਾਂਤਾਂ ਨੂੰ ਮੰਨਦੇ ਹੋਏ ਸਾਰੀਆਂ ਮਿਤ ਮਰਿਆਦਾਵਾਂ ਪੂਰਨ ਹੋਈਆਂ ਨੇ। ਸਤਿਗੁਰ ਦੀ ਬਾਣੀ ਦੇ ਜਾਪ ਹੋਏ ਆ, ਸ਼ਬਦ ਕੀਰਤਨ ਹੋਇਆ, ਗੁਰਮਤਿ ਵਿਚਾਰਾਂ ਹੋਈਆਂ ਨੇ।
ਆਏ ਪਦਵੰਤੇ ਸੱਜਣਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਸਮੂਹ ਪਾਰਟੀਆਂ ਦੇ ਵੱਲੋਂ, ਕਿਉਂਕਿ ਸਮਾਜ ਵਿੱਚ ਵਿਚਰਦਿਆਂ ਸਮਾਜ 'ਚ ਰਹਿੰਦੇ ਆ, ਭਾਵੇਂ ਧੜਾ ਕੋਈ ਹੋਵੇ, ਪਾਰਟੀ ਕੋਈ ਹੋਵੇ, ਸਥਾਨ ਧਰਮ ਕੋਈ ਹੋਵੇ, ਪਰ ਸਾਡੇ ਖੁਸ਼ੀਆਂ ਤੇ ਗਮੀਆਂ ਦੇ ਕਾਰਜ ਜਿਹੜੇ ਆ ਸਾਡੇ ਸਾਂਝੇ ਆ। ਖੁਸ਼ੀ ਗਮੀ ਦੇ ਜਿਹੜੇ ਸਾਡੇ ਸਮਾਗਮ ਆ ਉਹ ਸਾਂਝੇ ਆ। ਸੰਸਾਰ ਵਿੱਚ ਵਿਚਰਦਿਆਂ ਧੜਿਆਂ ਪਾਰਟੀਆਂ 'ਚ ਇੰਨੀ ਦੂਰ ਨਹੀਂ ਜਾਣਾ ਚਾਹੀਦਾ ਕਿ ਸਾਡੇ ਖੁਸ਼ੀਆਂ ਤੇ ਗਮੀਆਂ ਵੀ ਵੰਡੇ ਜਾਣ। ਧੜੇ ਪਾਰਟੀਆਂ ਆਪੋ ਆਪਣੇ ਥਾਂ ਤੇ ਆ, ਪਰ ਜਿਹੜੇ ਸਾਡੇ ਖੁਸ਼ੀ ਗਮੀ ਦੇ ਕਾਰਜ ਆ ਉਹ ਸਾਂਝੇ ਆ। ਜਿਸ ਤਰ੍ਹਾਂ ਅੱਜ ਇਸ ਪਰਿਵਾਰ ਦੇ ਅੰਦਰ ਸਾਰੀਆਂ ਗੁਰਮੁਖ ਪਿਆਰਿਓ ਪਾਰਟੀਆਂ ਜੋ ਇਲਾਕੇ 'ਚ ਵਿਚਰਦੀਆਂ ਸਭ ਨੇ ਇੱਥੇ ਹਾਜ਼ਰੀ ਲਵਾਈ ਹੈ। ਪੰਚਾਂ ਸਰਪੰਚਾਂ ਨਗਰ ਪੰਚਾਇਤਾਂ ਨੇ ਹਾਜ਼ਰੀ ਲਵਾਈ ਹੈ, ਰਿਸ਼ਤੇਦਾਰ ਸੱਜਣ ਮਿੱਤਰਾਂ ਸਾਖ ਸੰਬੰਧੀਆਂ ਨੇ ਹਾਜ਼ਰੀ ਲਵਾਈ ਹੈ ਤੇ ਸਭ ਨੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ ਔਰ ਸਾਨੂੰ ਸਭ ਨੂੰ ਪਰਿਵਾਰ ਨੂੰ ਆਪਣਾ ਟਲ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਗੁਰਮੁਖ ਪਿਆਰਿਓ ਸਾਨੂੰ ਐਸਾ ਗੁਰਮੁਖਾਂ ਵਾਲਾ ਜੀਵਨ ਜਿਉ ਕੇ ਸੰਸਾਰ ਤੇ ਜਾਣਾ ਚਾਹੀਦਾ। ਜਿਹੜੇ ਗੁਰਮੁਖਾਂ ਵਾਲਾ ਜੀਵਨ ਸੰਸਾਰ ਤੇ ਜਿਉਂਦੇ ਆ ਉਹਨਾਂ ਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੁੰਦਾ। ਉਹਨਾਂ ਬਾਬਤ ਭਾਈ ਗੁਰਦਾਸ ਜੀ ਦੇ ਬੋਲ ਸਫਲੇ ਹੁੰਦੇ ਆ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਜਾ ਪਿੜ ਮੱਲਿਆ। ਰਿਹਾ ਕੋਈ ਨਹੀਂ, ਰਹਿਣਾ ਕਿਸੇ ਨਹੀਂ ਸੰਸਾਰ ਤੇ। ਇਹ ਦੁਨੀਆ ਮੁਸਾਫਰ ਖਾਨਾ ਤੇ ਮੁਸਾਫਰ ਖਾਨੇ ਤੇ ਕਦੇ ਕੋਈ ਘਰ ਨਹੀਂ ਪਾਉਂਦਾ। ਕਦੇ ਮੁਸਾਫਰ ਖਾਨੇ ਤੇ ਤੁਸੀਂ ਮੰਜਾ ਢਾ ਕੇ ਸੌਂਦਾ ਨਹੀਂ ਦੇਖਿਆ ਹੋਣਾ। ਮੁਸਾਫਰ ਖਾਨੇ ਤੇ ਆਪਣੀ ਸਵਾਰੀ ਦੀ ਉਡੀਕ ਹੁੰਦੀ ਹੈ। ਜਦੋਂ ਜਿਸ ਦੀ ਸਵਾਰੀ ਆਉਂਦੀ ਹੈ ਤੇ ਉਹ ਸਵਾਰੀ ਤੇ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਚਲਿਆ ਜਾਂਦਾ ਹੈ। ਵਿਦਵਾਨਾਂ ਨੇ ਆਖਿਆ ਨੈਕਸੈ ਤੂਰ ਬਹਾਰ ਨਾ ਹੋਵਣ, ਨੈਕਸੈ ਤੂਰ ਜਵਾਨਾ, ਰੋਵਣ ਸੋਗ ਹਮੇਸ਼ ਨਾ ਹੋਵਣ, ਨਹੀਂ ਨਿਤ ਨਿਤ ਰਾਗ ਸੁਹਾਨਾ। ਇੱਥੇ ਬੈਠ ਗਈਆਂ ਲੱਖ ਡਾਰਾਂ। ਇਹ ਦੁਨੀਆ ਮੁਸਾਫਰ ਖਾਨਾ, ਇਹ ਦੁਨੀਆ ਮੁਸਾਫਰ ਖਾਨਾ ਤੇ ਮੁਸਾਫਰ ਖਾਨੇ ਤੇ ਸਦਾ ਕੋਈ ਰਹਿੰਦਾ ਨਹੀਂ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰ। ਜਿਸ ਕਰਕੇ ਆਓ ਗੁਰਮੁਖ ਪਿਆਰਿਓ, ਗੁਰੂ ਤੋਂ ਡਰ ਕੇ, ਪਰਮਾਤਮਾ ਤੋਂ ਡਰ ਕੇ ਉਹਦੇ ਹੁਕਮ ਦੇ ਅੰਦਰ ਸੰਸਾਰ ਦੇ ਵਿੱਚ ਵਿਚਰੀਏ ਤਾਂ ਕਿ ਸਾਡਾ ਜੀਵਨ ਸਫਲਾ, ਲੋਕ ਸੁਖੀਆ, ਪਰਲੋਕ ਸੁਹੇਲਾ ਹੋਵੇ। ਗੁਰੂ ਸਾਹਿਬ ਦੀ ਬਾਣੀ ਸਾਨੂੰ ਇਹ ਸਾਰਾ ਮਾਰਗ ਦਰਸ਼ਨ ਕਰਦੀ ਹੈ। ਇਹ ਵੱਖਰੀ ਗੱਲ ਹੈ ਕਿ ਅਸੀਂ ਸੰਸਾਰ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਵਿਚਰਦੇ ਆ। ਅਸੀਂ ਗੁਰੂ ਦੇ ਸਿਧਾਂਤਾਂ ਨੂੰ ਭੁੱਲ ਜਾਂਦੇ ਆ। ਸਾਨੂੰ ਰੱਬ ਨੇੜੇ ਜ਼ਿਆਦਾ ਨਹੀਂ ਲੱਗਦਾ, ਸਾਨੂੰ ਰੱਬ ਦੂਰ ਤੇ ਘਸੁੰਨ ਨੇੜੇ ਲੱਗਦਾ। ਜਦੋਂ ਕਿ ਕਹਿਰ ਉਦਾਸ ਹੱਥ ਪੈ ਨੇੜਾ, ਸਹਿਜੇ ਹੋਏ ਸੋਏ ਅਸੀਂ ਦੁਨਿਆਵੀ ਗੱਲਾਂ ਤੋਂ, ਦੁਨਿਆਵੀ ਸਰਕਾਰਾਂ ਤੋਂ, ਦੁਨਿਆਵੀ ਕੰਮਾਂ ਤੋਂ ਡਰਦੇ ਆ। ਪਰ ਗੁਰਮੁਖ ਪਿਆਰਿਓ, ਧਰਮ ਤੋਂ, ਧਰਮ ਗੁਰੂ ਤੋਂ, ਆਪਣੇ ਧਾਰਮਿਕ ਅਕੀਦਿਆਂ ਤੋਂ ਅਸੀਂ ਬਹੁਤ ਘੱਟ ਗੁਰਮੁਖ ਪਿਆਰਿਓ ਡਰ ਤੇ ਭੈ ਰੱਖਦੇ। ਇਸ ਕਰਕੇ ਜੇ ਜੀਵਨ ਸਫਲਾ ਕਰਨਾ, ਸੰਸਾਰ ਤੇ ਜਿਉਣਾ, ਸਫਲ ਜੀਵਨ ਤੇ ਗੁਰਮੁਖ ਪਿਆਰਿਓ ਜਦੋਂ ਸੰਸਾਰ ਤੋਂ ਜਾਣਾ, ਇਸ ਅਵਸਥਾ ਦੇ ਮਾਲਕ ਜੋ ਬਾਣੀ ਨੇ ਆਖਿਆ ਕਿ ਰੇ ਰੇ ਦਰਗਾਹ ਕਹੈ ਨਾ ਕੋਊ, ਆਓ ਬੈਠ ਆਦਰ ਸੁਭ ਦੇਉ। ਫਿਰ ਸਾਨੂੰ ਗੁਰੂ ਤੋਂ ਡਰ ਕੇ, ਪਰਮਾਤਮਾ ਤੋਂ ਡਰ ਕੇ ਫਿਰ ਸਾਨੂੰ ਸੰਸਾਰ ਦੇ ਉੱਤੇ ਵਿਚਰਨਾ ਚਾਹੀਦਾ, ਜੀਵਨ ਜਿਉਣਾ ਚਾਹੀਦਾ। ਜੇ ਅਸੀਂ ਆਪਣੇ ਗੁਰੂ ਤੋਂ, ਆਪਣੇ ਪਰਮਾਤਮਾ, ਆਪਣੇ ਗੁਰਮੁਖ ਪਿਆਰਿਓ ਗੁਰੂ ਦੇ ਬਖਸ਼ੇ ਸਿਧਾਂਤਾਂ ਤੋਂ ਡਰ ਤੇ ਭੈ ਤੇ ਮਨ 'ਚ ਅਦਬ ਤੇ ਸਤਿਕਾਰ ਨਹੀਂ ਰੱਖਾਂਗੇ, ਫਿਰ ਮੈਂ ਸਮਝਦਾ ਸੰਸਾਰ ਦੇ ਉੱਤੇ ਆਪਾਂ ਸਫਲਾ ਜੀਵਨ ਨਹੀਂ ਜੀਉ ਸਕਦੇ। ਸੋ ਸਾਰੇ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ, ਬੜੇ ਸਾਰੇ ਸਤਿਕਾਰਯੋਗ ਸੱਜਣ ਇੱਥੇ ਮਾਈ ਭਾਈ ਆਏ ਆ। ਸਭ ਨੂੰ ਜੀ ਆਇਆਂ, ਸਭ ਦਾ ਧੰਨਵਾਦ ਹੈ। ਗੁਰਮੁਖ ਪਿਆਰਿਓ ਜਿਨ੍ਹਾਂ ਨੇ ਇਸ ਸਮੇਂ ਆ ਕੇ ਇਸ ਅੰਤਮ ਅਰਦਾਸ ਦੇ ਸਮੇਂ ਹਾਜ਼ਰੀ ਭਰੀ ਹੈ, ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਸਾਨੂੰ ਸਾਰਿਆਂ ਨੂੰ ਗੁਰਮੁਖਾਂ ਵਾਲਾ ਜੀਵਨ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਕਿਉਂਕਿ ਗੁਰਮੁਖ ਪਿਆਰਿਓ, ਮੌਤ ਭਾਵੇਂ ਮਨਮੁਖ ਨੂੰ ਵੀ ਆਉਂਦੀ ਤੇ ਗੁਰਮੁਖ ਨੂੰ ਵੀ ਆਉਂਦੀ ਹੈ, ਪਰ ਮੌਤ ਦਾ ਫਰਕ ਹੈ। ਕਈ ਵਾਰ ਬੰਦੇ ਕਹਿ ਦਿੰਦੇ ਤੁਸੀਂ ਕਹਿੰਦੇ ਗੁਰਮੁਖਾਂ ਵਾਲਾ ਜੀਵਨ ਜੀਓ ਤੇ ਮੌਤ ਤੇ ਸਭ ਨੂੰ ਆਉਣੀ ਹੈ, ਗੁਰਮੁਖਾਂ ਨੂੰ ਕਿਹੜਾ ਛੱਡਣਾ, ਉਹਨਾਂ ਕਿਹੜਾ ਮਰਨਾ ਨਹੀਂ ਹੈ। ਪਰ ਗੁਰਮੁਖੋਂ ਮੌਤ ਦਾ ਵੀ ਫਰਕ ਹੈ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਗੁਰਮੁਖ ਜਨਮ ਸਵਾਰ ਕੇ ਦਰਗਾਹ ਨੂੰ ਜਾਂਦਾ, ਪਰ ਮਨਮੁਖ ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਭੌਰ ਸਿਧਾਇਆ। ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਮਾਤਾ ਗੁਰਬਚਨ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੀਆਂ ਹੋਈਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਧਾਰਮਿਕ ਸ਼ਖਸੀਅਤਾਂ, ਸਾਡੇ ਰਿਸ਼ਤੇਦਾਰ, ਦੋਸਤ, ਮਿੱਤਰ ਸਾਹਿਬਾਨ, ਮੇਥੋਂ ਸ਼ਬਦ ਨਹੀਂ ਜਿਹਦੇ ਨਾਲ ਮੈਂ ਅੱਜ ਤੁਹਾਡਾ ਇਹ ਧੰਨਵਾਦ ਕਰਾਂ। ਕਿਉਂਕਿ ਤੁਸੀਂ ਵੀ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਅੱਜ
ਇੱਕ ਮੰਚ ਤੇ ਇਕੱਠੇ ਹੋ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਇਸ ਤੋਂ ਇਹ ਗੱਲ ਸਿੱਧ ਹੁੰਦੀ ਆ ਕਿ ਮਾਤਾ ਜੀ ਦੀ ਰੂਹ ਕਿੰਨੀ ਪਵਿੱਤਰ ਸੀ ਕਿ ਉਹਨਾਂ ਨੇ ਅੱਜ ਸਿਆਸੀ ਵਖਰੇਵੇਂ ਵੀ ਖਤਮ ਕਰਕੇ ਸਾਰੀਆਂ ਰਾਜਨੀਤਿਕ ਤੇ ਧਾਰਮਿਕ ਪਾਰਟੀਆਂ ਨੂੰ ਇੱਕ ਸਟੇਜ ਤੇ ਜਿਹੜਾ ਵਾ ਇਕੱਠਿਆ ਕਰ ਦਿੱਤਾ ਵਾ। ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਕਦੇ ਕਦੇ ਜਿਹੜਾ ਵਾ ਸਟੇਜਾਂ ਤੇ ਇਕੱਠੀਆਂ ਹੁੰਦੀਆਂ ਨਹੀਂ ਤੇ ਬਹੁਤ ਦੂਰ ਦੂਰ ਹੀ ਇਹ ਸ਼ਖਸੀਅਤਾਂ ਜਿਹੜੀਆਂ ਰਹਿੰਦੀਆਂ ਨੇ। ਸੋ ਮੈਂ ਕਹਿੰਦਾ ਵਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਸੋਂ ਰੋਜ਼ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਨੇ, ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ ਵਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਆਣ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ, ਰਾਗੀ ਸਿੰਘ, ਕਥਾਵਾਚਕ ਸਿੰਘ, ਧਾਰਮਿਕ ਸ਼ਖਸੀਅਤਾਂ ਤੇ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਸ਼ਖਸੀਅਤਾਂ ਪਹੁੰਚੀਆਂ ਹਨ, ਮੈਂ ਨਾ ਇਸ ਤੋਂ ਵੱਡਾ ਮਾਤਾ ਜੀ ਦਾ ਜੀਵਨ ਸਫਰ ਕੀ ਹੋ ਸਕਦਾ ਤੇ ਸ਼ਰਧਾਂਜਲੀ ਕੀ ਹੋ ਸਕਦੀ ਹੈ। ਸੋਹਣਾ ਜ਼ਿਆਦਾ ਸਮਾਂ ਨਾਲ ਇਹਨਾਂ ਤੁਸੀਂ ਬਹੁਤ ਸਾਥ ਦਿੱਤਾ ਵਾ, ਬਹੁਤ ਦੂਰੋਂ ਦੂਰੋਂ ਆਏ ਹੋ। ਸਾਡਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਆਪਣੇ ਪਰਿਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਤੇ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਹੁਣ ਪ੍ਰਸ਼ਾਦਾ ਜਿਹੜਾ ਵਾ ਛਕਣ ਤੋਂ ਬਗੈਰ ਕਿਸੇ ਵੀ ਨਹੀਂ ਜਾਣਾ ਤੇ ਇਸ ਤੋਂ ਬਾਅਦ ਸਾਡੇ ਨਾਲ ਵੀ ਜ਼ਰੂਰ ਤੁਸੀਂ 10-10, 15-15 ਮਿੰਟ ਚਾਹ ਦਾ ਕੱਪ ਵੀ ਪੀ ਕੇ ਜਿਹੜਾ ਵਾ ਜ਼ਰੂਰ ਜਾਣਾ ਵਾ। ਸੋ ਬਹੁਤ ਬਹੁਤ ਧੰਨਵਾਦ। ਤੇ ਮੈਂ ਆਪਣੇ ਛੋਟੇ ਵੀਰ ਕਵਲਜੀਤ ਸਿੰਘ ਪਵਾਰ ਜਿਹਨੂੰ ਅਸੀਂ ਇਸ ਰਾਜਨੀਤਿਕ ਉਂਗਲ ਫੜ ਕੇ ਅਸੀਂ ਆਪਣੇ ਹੱਥੀਂ ਤਾਲਿਆ ਵਾ, ਇਹ ਵੀਰ ਵੀ ਬਹੁਤ ਵੱਡੀਆਂ ਜਿਹੜੀਆਂ ਨੇ ਅੱਜ ਵੱਡਾ ਬੇਟਾ ਹੋ ਗਿਆ ਵਾ, ਬੜਾ ਮਾਣ ਆਇਆ ਜਿਵੇਂ ਦਾਦੋਵਾਲ ਸਾਹਿਬ ਨੇ ਜਿਹੜਾ ਵਾ ਇਹਨਾਂ ਦਾ ਜ਼ਿਕਰ ਕੀਤਾ। ਸੋ ਦਾਦੋਵਾਲ ਸਾਹਿਬ ਸਿੱਖ ਪੰਥ ਦੀ ਮਾਇਆ ਨਾਲ ਦੇ ਹਸਤੇ ਜਿਨ੍ਹਾਂ ਨੇ ਡੇਰਾ ਰਾਮ ਰਹੀਮ ਦੇ ਵਿਰੁੱਧ ਲੜਾਈਆਂ ਸ਼ੁਰੂ ਕੀਤੀਆਂ ਤੇ ਜੰਗ ਜਿੱਤੇ, ਬੜੀਆਂ ਇਹਨਾਂ ਨੇ ਕਠਿਨ ਤਪੱਸਿਆ ਜਿਹੜੀਆਂ ਨੇ ਕੀਤੀਆਂ, ਜੇਲ੍ਹਾਂ ਦੇ ਵਿੱਚ ਰਹੇ। ਸਾਡੇ ਇਸ ਇਲਾਕੇ ਦੀ ਮਾਇਆ ਨਾਲ ਹਸਤੀ MLA ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਲਾਡੇ, ਸਾਡੇ SGPC ਦੇ ਮੈਂਬਰ ਬਰਿਆਰ ਸਾਹਿਬ, ਗੋਰਾ ਸਾਹਿਬ, ਗੋਰਾਵਾ ਸਾਹਿਬ ਤੇ ਜਫਰਵਾਲ ਸਾਹਿਬ, ਅਮਦਾਵਾ ਸਾਹਿਬ, ਮੈਂ ਕਿਹੜਾ ਨਾਂ ਲਵਾਂ, ਸ਼ਖਸੀਅਤਾਂ ਬਹੁਤ ਜ਼ਿਆਦਾ ਨੇ। ਸੋ ਮੈਂ ਅੰਤ ਵਿੱਚ ਸਮੁੱਚੀ ਸੰਤ ਰੂਪੀ ਆਏ ਹੋਏ ਸੰਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਦੁਬਾਰਾ ਧੰਨਵਾਦ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ੇਸ਼ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਗ੍ਰਹਿ ਵਿਖੇ ਆਣ ਕੇ ਸਾਨੂੰ ਦਰਸ਼ਨ ਕੀਤੇ ਆ ਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਾਨੂੰ ਸਾਰਿਆਂ ਨੂੰ ਮੌਕਾ ਮੁਹੱਈਆ ਕਰਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।